ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਦਿਵਜੋਤ ਅਕੈਡਮੀ। ਮੇਰਾ ਨਾਮ ਹੈ ਮਨਪ੍ਰੀਤ ਕੌਰ। ਮੈਂ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਰਿਸਰਚ ਸਕਾਲਰ ਆ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਵਿਸ਼ਾ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ, ਜੋ ਕਿ ਜੂਨ ਦੇ ਵਿੱਚ ਹੋਣ ਜਾ ਰਹੇ UGC ਨੈਟ ਦੇ ਪੇਪਰ ਦੇ ਪੱਖੋਂ ਬਹੁਤ ਹੀ ਲਾਹੇਵੰਦ ਵਿਸ਼ਾ ਹੈ। ਇਹਦੇ ਵਿੱਚੋਂ 5-6 ਕੁਐਸਚਨ ਹਰ ਵਾਰੀ ਆਉਂਦੇ ਨੇ ਤੇ ਥੋੜੇ ਜਿਹੇ ਫਰਕ ਨਾਲ ਹੀ ਜਿਹੜੇ ਆ ਆਨਸਰਸ ਗਲਤ ਹੋ ਜਾਂਦੇ ਨੇ। ਸੋ ਇਸ ਵੀਡੀਓ ਨੂੰ ਧਿਆਨ ਨਾਲ ਵੇਖਣਾ ਹੈ, ਕਿਉਂਕਿ ਇਹਦੇ ਵਿੱਚ ਅਸੀਂ ਚੰਗੀ ਤਰ੍ਹਾਂ ਦੱਸਿਆ ਹੋਇਆ ਹੈ ਕਿ ਸਾਹਿਤ ਦੀ ਇਤਿਹਾਸਕਾਰੀ ਹੁੰਦੀ ਕੀ ਆ ਤੇ ਸਾਹਿਤ ਦੀ ਇਤਿਹਾਸਕਾਰੀ ਕਿਵੇਂ ਕਰੀ ਜਾਂਦੀ ਆ। ਇਸ ਤੋਂ ਇਲਾਵਾ UGC ਨੈਟ ਦੀ ਦ੍ਰਿਸ਼ਟੀਕੋਣ ਤੋਂ ਜਿਹੜੇ ਕੁਐਸਚਨਸ ਆਉਂਦੇ ਨੇ ਉਹਨਾਂ ਕੁਐਸਚਨਸ ਦਾ ਆਨਸਰ ਦੇਣ ਦੀ ਵੀ ਅਸੀਂ ਇਸ ਵੀਡੀਓ 'ਚ ਕੋਸ਼ਿਸ਼ ਕੀਤੀ ਆ। ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸ਼ੁਰੂ ਕਰਦੇ ਹਾਂ ਸਾਡਾ ਅੱਜ ਦਾ ਵਿਸ਼ਾ। ਸਾਡਾ ਵਿਸ਼ਾ ਹੈ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਹਿਤ ਇਤਿਹਾਸਕਾਰੀ ਦਾ ਅਰਥ ਕੀ ਆ ਜਾਂ ਸਾਹਿਤ ਦੀ ਇਤਿਹਾਸਕਾਰੀ ਹੁੰਦੀ ਕੀ ਆ। ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਜਦੋਂ ਕਿਸੇ ਭਾਸ਼ਾ ਦੇ ਸਾਹਿਤਿਕ ਤੱਥਾਂ ਦਾ ਸੰਕਲਨ ਕਰਕੇ ਉਹਨਾਂ ਨੂੰ ਇੱਕ ਲੜੀ ਵਿੱਚ ਪਰੋ ਕੇ ਉਹਦੀ ਵਿਆਖਿਆ ਕੀਤੀ ਜਾਂਦੀ ਆ ਤੇ ਇਹਨੂੰ ਸਾਹਿਤ ਦੀ ਇਤਿਹਾਸਕਾਰੀ ਕਿਹਾ ਜਾਂਦਾ। ਸਾਹਿਤ ਦੀ ਇਤਿਹਾਸਕਾਰੀ ਕੀ ਆ? ਨੰਬਰ 1 ਤੇ ਸਾਹਿਤਿਕ ਤੱਥਾਂ ਦਾ ਸੰਕਲਨ। ਜਿਹੜੇ ਅਸੀਂ ਉਹਦੇ ਵਿੱਚ ਫੈਕਟ ਦੇਣੇ ਆ ਸਾਹਿਤ ਦੀ ਇਤਿਹਾਸਕਾਰੀ ਵਿੱਚ, ਪਹਿਲੀ ਗੱਲ ਤਾਂ ਉਹ ਸਾਹਿਤਿਕ ਹੋਣੇ ਚਾਹੀਦੇ ਨੇ, ਨੌਨ ਲਿਟਰੇਰੀ ਨਹੀਂ ਹੋਣੇ ਚਾਹੀਦੇ, ਲਿਟਰੇਰੀ ਹੋਣੇ ਚਾਹੀਦੇ ਆ। ਫਿਰ ਉਹਨਾਂ ਦੀ ਇੱਕ ਲੜੀ ਬਣਨੀ ਚਾਹੀਦੀ ਆ ਤੇ ਫਿਰ ਉਸ ਲੜੀ ਦੀ ਵਿਆਖਿਆ ਕੀਤੀ ਹੋਣੀ ਚਾਹੀਦੀ ਆ, ਜਿਹਨੂੰ ਅਸੀਂ ਸਾਹਿਤ ਦੀ ਇਤਿਹਾਸਕਾਰੀ ਕਹਿੰਦੇ ਆ। ਤਾਂ ਇਹ ਵਾਲੀ ਜਿਹੜੀ ਸਾਡੀ ਪਰਿਭਾਸ਼ਾ ਵਾ, ਇਹਦੇ ਵਿੱਚੋਂ 3 ਮੁੱਖ ਤੱਤ ਨਿਕਲਦੇ ਆ। ਇਸ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਪੰਜਾਬੀ ਸਾਹਿਤ ਇਤਿਹਾਸਕਾਰੀ ਦੇ 3 ਬੁਨਿਆਦੀ ਅਸੂਲ ਜਾਂ ਸਿਧਾਂਤ ਹੁੰਦੇ ਨੇ ਜਾਂ ਆਧਾਰ ਹੁੰਦੇ ਨੇ। ਨੰਬਰ 1 ਸਾਹਿਤਿਕ ਤੱਥਾਂ ਦਾ ਸੰਕਲਨ, ਨੰਬਰ 2 ਸਾਹਿਤਿਕ ਤੱਥਾਂ ਦੀ ਜੀਵਤ ਤਰਤੀਬ, ਨੰਬਰ 3 ਸਾਹਿਤਿਕ ਤੱਥਾਂ ਦੀ ਵਿਆਖਿਆ। ਜਦੋਂ ਅਸੀਂ ਸਾਹਿਤਿਕ ਤੱਥ ਇਕੱਠੇ ਕਰ ਲੈਂਦੇ ਆ, ਉਹਨਾਂ ਨੂੰ ਫਿਰ ਇੱਕ ਲੜੀ ਚ ਪਰੋਣਾ ਜ਼ਰੂਰੀ ਹੁੰਦਾ। ਹੁਣ ਇਹ ਜੀਵਤ ਲੜੀ ਕੀ ਆ? ਜੀਵਤ ਲੜੀ ਦਾ ਮਤਲਬ ਆ ਕਿ ਅਸੀਂ ਇਹਦੇ ਵਿੱਚ ਇਹ ਦੇਖਦੇ ਹਾਂ ਕਿ ਅਸੀਂ ਜਿੰਨੇ ਵੀ ਸਾਹਿਤਿਕ ਤੱਥ ਇਕੱਠੇ ਕੀਤੇ ਨੇ, ਇਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹਨਾਂ ਨੂੰ ਆਦਿ ਤੋਂ ਲੈ ਕੇ ਵਰਤਮਾਨ ਤੱਕ ਜਿਹੜਾ ਅਸੀਂ ਅੰਕਿਤ ਕਰਦੇ ਆ, ਉਹਨੂੰ ਅਸੀਂ ਜੀਵਤ ਤਰਤੀਬ ਕਹਿੰਦੇ ਆ। ਮਤਲਬ ਜਿਵੇਂ ਅਸੀਂ ਜਾਣਦੇ ਹਾਂ ਕਿ ਪੰਜਾਬੀ ਸਾਹਿਤ ਦੀ ਸ਼ੁਰੂਆਤ ਆਦਿ ਕਾਲ ਤੋਂ ਹੁੰਦੀ ਆ। ਆਦਿ ਕਾਲ ਦੇ ਵਿੱਚ ਅਸੀਂ ਨਾਥ ਜੋਗੀ ਕਾਵਿਧਾਰਾ ਨੂੰ, ਲੋਕ ਸਾਹਿਤ ਨੂੰ, ਭਗਤੀ ਸਾਹਿਤ ਨੂੰ ਤੇ ਜਿਹੜੀਆਂ ਪੰਜਾਬੀ ਦੀਆਂ 6 ਲੋਕ ਵਾਰਾਂ ਨੇ ਉਹਨਾਂ ਦੀ ਗਿਣਤੀ ਕਰਦੇ ਆ। ਇਹ ਸਾਰਾ ਆਦਿ ਕਾਲ ਆ। ਇਸੇ ਤਰ੍ਹਾਂ ਅਸੀਂ ਮੱਧ ਕਾਲ ਦੇ ਜਿਹੜੇ ਆ ਪੋਰਸ਼ਨ ਬਣਾਉਂਦੇ ਆ। ਇਸੇ ਤਰ੍ਹਾਂ ਅਸੀਂ ਆਧੁਨਿਕ ਕਾਲ ਦੇ ਵਿੱਚ ਸਾਹਿਤ ਦੀਆਂ ਕੈਟਾਗਰਾਈਜ਼ ਕਰਦੇ ਆ ਸਾਹਿਤ ਨੂੰ। ਇਹਨੂੰ ਅਸੀਂ ਕਹਿੰਦੇ ਆ ਜੀਵਤ ਤਰਤੀਬ। ਮਤਲਬ ਜਿਹੜਾ ਸਾਹਿਤ ਜਿਸ ਸਦੀ ਦੇ ਵਿੱਚ ਪੈਦਾ ਹੋਇਆ ਉਹਨੂੰ ਉਸੇ ਸਦੀ ਦੇ ਵਿੱਚ ਦਰਸਾਉਣਾ। ਸਾਹਿਤਿਕ ਤੱਥਾਂ ਦੀ ਵਿਆਖਿਆ, ਫਿਰ ਅਸੀਂ ਇਹ ਦੱਸਣਾ ਹੁੰਦਾ ਕਿ ਜਿਹੜਾ ਅਸੀਂ ਸਾਹਿਤ ਲਿਆ ਵਾ, ਜਿਹੜੇ ਅਸੀਂ ਲਿਟਰੇਚਰ ਦੀ ਗੱਲ ਕਰ ਰਹੇ ਆ, ਉਹਦੇ ਵਿੱਚ ਹੈ ਕੀ ਆ। ਮੰਨ ਲਓ ਤੁਸੀਂ ਸੂਫੀ ਕਾਵਿ ਦੇ ਸਾਹਿਤਿਕ ਤੱਥ ਇਕੱਠੇ ਕੀਤੇ ਆ, ਤਾਂ ਹੁਣ ਤੁਹਾਨੂੰ ਸੂਫੀ ਕਾਵਿ ਦਾ ਕਨਸੈਪਟ ਵੀ ਸਮਝਾਉਣਾ ਪਊਗਾ, ਉਹਦਾ ਵਿਆਖਿਆ ਵਿਸ਼ਲੇਸ਼ਣ ਕਰਨਾ ਪਊਗਾ ਕਿ ਸੂਫੀ ਕਾਵਿ ਹੈ ਕੀ ਆ, ਸੂਫੀ ਕਾਵਿ ਦਾ ਆਧਾਰ ਕੀ ਆ, ਸੂਫੀ ਕਾਵਿ ਪੰਜਾਬ ਦੇ ਵਿੱਚ ਕਿਵੇਂ ਆਉਂਦਾ ਵਾ, ਇਹਦੀਆਂ ਕਿਹੜੀਆਂ-ਕਿਹੜੀਆਂ ਪਰੰਪਰਾਵਾਂ ਚੱਲਦੀਆਂ ਨੇ, ਤੇ ਫਿਰ ਅੱਗੇ-ਅੱਗੇ ਕਿਹੜੇ-ਕਿਹੜੇ ਲੇਖਕ ਜਿਹੜੇ ਇਸ ਧਾਰਾ ਦੇ ਅੰਤਰਗਤ ਲਿਖਦੇ ਨੇ, ਉਹਨਾਂ ਦੀਆਂ ਰਚਨਾਵਾਂ ਕਿੰਨੀਆਂ ਨੇ, ਉਹਨਾਂ ਦੇ ਰਚਨਾਵਾਂ ਦੇ ਵਿੱਚ ਜਿਹੜੇ ਵਿਸ਼ੇ ਆਏ ਨੇ ਉਹ ਵਿਸ਼ੇ ਕਿਹੜੇ-ਕਿਹੜੇ ਨੇ। ਇਹਨਾਂ ਸਾਰੀਆਂ ਚੀਜ਼ਾਂ ਦੀ ਵਿਆਖਿਆ ਜਿਹੜੀ ਆ ਉਹ ਇੱਕ ਸਾਹਿਤ ਦਾ ਇਤਿਹਾਸਕਾਰ ਕਰਦਾ ਵਾ। ਸੋ ਇਹ 3 ਚੀਜ਼ਾਂ ਸਾਹਿਤ ਦੀ ਇਤਿਹਾਸਕਾਰੀ ਦੇ ਬੁਨਿਆਦੀ ਆਧਾਰ ਨੇ। ਸਾਹਿਤਿਕ ਤੱਥਾਂ ਦਾ ਸੰਕਲਨ, ਸਾਹਿਤਿਕ ਤੱਥਾਂ ਦੀ ਜੀਵਤ ਤਰਤੀਬ, ਸਾਹਿਤਿਕ ਤੱਥਾਂ ਦੀ ਵਿਆਖਿਆ। ਸਾਹਿਤ ਦੀ ਇਤਿਹਾਸਕਾਰੀ ਦੀ ਸਾਰੀ ਇਹਨਾਂ ਗੱਲਾਂ ਉੱਤੇ ਹੀ ਖੜੀ ਹੈ, ਇਹਨਾਂ 3 ਗੱਲਾਂ ਦੇ ਉੱਤੇ। ਹੁਣ ਅਸੀਂ ਦੇਖਦੇ ਹਾਂ ਕਿ ਸਾਹਿਤ ਦੀ ਇਤਿਹਾਸਕਾਰੀ ਦਾ ਕਾਰਜ ਖੇਤਰ ਕੀ ਆ। ਸਾਹਿਤ ਦੀ ਇਤਿਹਾਸਕਾਰੀ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਨੇ ਜੋ ਇੱਕ ਸਾਹਿਤ ਇਤਿਹਾਸਕਾਰ ਨੂੰ ਕਰਨੀਆਂ ਪੈਂਦੀਆਂ ਨੇ। ਪਹਿਲਾਂ ਤਾਂ ਉਹੀ ਆ ਕਿ ਸਾਹਿਤਿਕ ਤੱਥਾਂ ਦਾ ਸੰਕਲਨ ਕਰਨਾ ਪੈਂਦਾ। ਸਾਨੂੰ ਇਹ ਵੇਖਣਾ ਪੈਂਦਾ ਕਿ ਕਿਹੜੀ ਚੀਜ਼ ਲਿਟਰੇਰੀ ਆ ਤੇ ਕਿਹੜੀ ਚੀਜ਼ ਨੌਨ ਲਿਟਰੇਰੀ ਆ। ਨੰਬਰ 2 ਸਾਹਿਤਿਕ ਤੱਥਾਂ ਦਾ ਵਰਗੀਕਰਨ, ਫਿਰ ਉਹਨੂੰ ਇੱਕ ਵਰਗੀਕਰਨ ਦੇ ਤਹਿਤ ਵੰਡਣਾ ਪੈਂਦਾ ਕਿ ਕਿਹੜੀ ਚੀਜ਼ ਸੂਫੀ ਕਾਵਿ ਆ, ਕਿਹੜੀ ਕਿੱਸਾ ਵਾ, ਉਹਨੂੰ ਕੈਟਾਗਰਾਈਜ਼ ਕਰਨਾ ਪੈਂਦਾ ਕਿ ਅਸੀਂ ਕਿਹੜੀ ਰਚਨਾ ਨੂੰ ਕਿਸ ਸਾਹਿਤ ਦੇ ਰੂਪ ਦੇ ਵਿੱਚ ਜਾਂ ਕਿਸ ਸਾਹਿਤ ਨੂੰ ਆਧਾਰ ਬਣਾ ਕੇ ਰਚਨਾ ਜਿਹੜੀ ਆ ਉਹ ਰਚੀ ਗਈ ਆ। ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ। ਉਸ ਤੋਂ ਬਾਅਦ ਖਾਸ ਤਰਤੀਬ ਵਿੱਚ ਪੇਸ਼ਕਾਰੀ, ਫਿਰ ਅਸੀਂ ਇਹਦੀ ਪੇਸ਼ਕਾਰੀ ਕਰਦੇ ਹਾਂ ਕਿ ਪਹਿਲਾਂ ਕਿਹੜੀ ਰਚਨਾ ਆਏਗੀ, ਉਸ ਤੋਂ ਬਾਅਦ ਕਿਹੜੀ ਰਚਨਾ ਆਏਗੀ। ਇੱਥੋਂ ਤੱਕ ਕਿ ਤੁਸੀਂ ਦੇਖਿਆ ਹੋਣਾ ਨੈਟ ਦੇ ਪੇਪਰ ਦੇ ਵਿੱਚ ਸਾਨੂੰ ਜਿਹੜਾ ਸਵਾਲ ਆਉਂਦਾ ਉਹ ਵੀ ਕਾਲ ਕ੍ਰਮ ਅਨੁਸਾਰ ਆਉਂਦਾ।
ਕਦੇ ਕਿਸੇ ਦੀਆਂ ਕਿਤਾਬਾਂ ਪੁੱਛੀਆਂ ਹੁੰਦੀਆਂ ਨੇ ਕਿ ਇਹਨੂੰ ਕਾਲਕ੍ਰਮ ਅਨੁਸਾਰ ਲਾਓ, ਤੇ ਕਦੇ ਕਿਸੇ ਤਰ੍ਹਾਂ ਦਾ ਕਾਲਕ੍ਰਮਿਕ ਜਿਹੜਾ ਆਧਾਰ ਆ ਉਹ ਪੁੱਛਿਆ ਹੁੰਦਾ ਵਾ। ਤਾਂ ਖਾਸ ਤਰਤੀਬ ਵਿੱਚ ਪੇਸ਼ਕਾਰੀ ਵੀ ਸਾਨੂੰ ਸਾਹਿਤ ਦੇ ਇਤਿਹਾਸਾਂ ਚੋਂ ਹੀ ਮਿਲਦੀ ਹੈ। ਨੰਬਰ 4 ਤੇ ਸਾਹਿਤਕ ਤੱਥਾਂ ਦੀ ਵਿਆਖਿਆ ਤੇ ਵਿਸ਼ਲੇਸ਼ਣ। ਇਹ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਹਾਂ ਇਹਦਾ ਕੀ ਮਤਲਬ ਆ। ਉਸ ਤੋਂ ਬਾਅਦ ਹੈ ਕਿਸੇ ਕਾਲਖੰਡ ਦੇ ਉਦਭਵ, ਸਿਖਰ ਅਤੇ ਸਮਾਪਤੀ ਦੇ ਕਾਰਨਾਂ ਦੀ ਖੋਜ। ਕੋਈ ਕਾਲਖੰਡ ਕਿਉਂ ਉਪਜ ਰਿਹਾ, ਕੋਈ ਕਾਲਖੰਡ ਕਿਉਂ ਬਣ ਰਿਹਾ ਸਾਹਿਤ ਦੇ ਵਿੱਚ, ਇਹਦਾ ਉਦਭਵ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਸ਼ੁਰੂ ਹੁੰਦਾ ਉਹਦੀ ਸ਼ੁਰੂਆਤ, ਸਿਖਰ ਜਦੋਂ ਪੀਕ ਦੇ ਉੱਤੇ ਪਹੁੰਚਦਾ ਵਾ, ਜਦੋਂ ਸਭ ਤੋਂ ਵੱਧ ਚਰਚਾ ਕੀਤੀ ਜਾਂਦੀ ਹੈ ਉਸ ਸਾਹਿਤ ਰੂਪ ਦੀ, ਤੇ ਫਿਰ ਉਹ ਸਮਾਪਤ ਕਿਉਂ ਹੋ ਜਾਂਦਾ। ਇਹ ਸਾਰੇ ਕਾਰਨਾਂ ਦੀ ਖੋਜ ਵੀ ਇੱਕ ਸਾਹਿਤ ਇਤਿਹਾਸਕਾਰ ਕਰਦਾ ਵਾ। ਜਿਵੇਂ ਜੇ ਮੈਂ ਇਹਦੇ ਵਿੱਚ ਕਿੱਸਾ ਕਾਵਿਧਾਰਾ ਦੀ ਐਗਜ਼ਾਮਪਲ ਦਵਾਂ ਤਾਂ ਪਹਿਲਾਂ ਕਿੱਸਾ ਕਾਵਿਧਾਰਾ ਸ਼ੁਰੂ ਕਿੱਥੋਂ ਹੁੰਦਾ। ਕੋਈ ਵੀ ਜਿਹੜਾ ਸਾਹਿਤ ਦਾ ਇਤਿਹਾਸਕਾਰ ਆ ਉਹ ਇਹ ਦੇਖੂਗਾ ਕਿ ਕਿੱਸਾ ਦਾ ਜਿਹੜਾ ਪਹਿਲਾ ਬੰਦਾ ਉਹ ਕੌਣ ਬਣਦਾ ਵਾ, ਕਿਹਨੇ ਸਭ ਤੋਂ ਪਹਿਲਾਂ ਕਿੱਸਾ ਲਿਖਿਆ, ਤਾਂ ਦਮੋਦਰ ਤੋਂ ਸ਼ੁਰੂ ਕਰੇਗਾ। ਫਿਰ ਜਦੋਂ ਸਿਖਰ ਦੀ ਭਾਲ ਕਰੇਗਾ ਤਾਂ ਉੱਥੇ ਵਾਰਿਸ ਸ਼ਾਹ ਦਾ ਨਾਮ ਆਏਗਾ। ਵਾਰਿਸ ਸ਼ਾਹ ਦਾ ਜਿਹੜੀ ਰਚਨਾਵਾਂ, ਕਿਉਂਕਿ ਉਹ ਸਭ ਤੋਂ ਜ਼ਿਆਦਾ ਸਲਾਈ ਗਈ ਕਿੱਸਾ ਕਾਵਿਧਾਰਾ ਦੇ ਵਿੱਚ, ਉਸ ਤੋਂ ਉੱਪਰ ਕੋਈ ਜਿਹੜੀ ਆ ਕਹਿ ਲੋ ਕਿ ਰਚਨਾ ਨਹੀਂ ਬਣਦੀ ਕਿੱਸਾ ਕਾਵਿਧਾਰਾ 'ਚ, ਇਸ ਲਈ ਇਹਦਾ ਸਿਖਰ ਜਿਹੜਾ ਕਿੱਸਾ ਕਾਵਿਧਾਰਾ ਦਾ ਉਹ ਵਾਰਿਸ ਬਣੂਗਾ। ਫਿਰ ਉਹਦੀ ਸਮਾਪਤੀ ਦੇ ਕਾਰਨ ਕਿ ਕਿੱਸੇ ਲਿਖਣੇ ਹੁਣ ਘਟ ਕਿਉਂ ਗਏ ਜਾਂ ਕਿੱਸਾ ਹੁਣ ਕਿਉਂ ਨਹੀਂ ਲਿਖਿਆ ਜਾਂਦਾ, ਉਹਦੇ ਕਾਰਨਾਂ ਬਾਰੇ ਤੇ ਆਖਰੀ ਕਿੱਸਾ ਸਾਨੂੰ ਕਿਹਦਾ ਮਿਲਦਾ ਵਾ, ਇਹਦੇ ਬਾਰੇ ਵੀ ਸਾਹਿਤ ਦਾ ਇਤਿਹਾਸਕਾਰ ਜਿਹੜਾ ਉਹ ਸਾਨੂੰ ਜਾਣਕਾਰੀ ਦਿੰਦਾ। ਨੰਬਰ 6 ਕਿਸੇ ਪ੍ਰਵਿਰਤੀ ਦੇ ਕਿਸੇ ਦੂਸਰੀ ਪ੍ਰਵਿਰਤੀ ਤੋਂ ਪਹਿਲਾਂ ਉਪਜਣ ਦੇ ਕਾਰਨਾਂ ਦੀ ਖੋਜ। ਕੋਈ ਵੀ ਕਾਵਿਧਾਰਾ, ਕੋਈ ਵੀ ਪ੍ਰਵਿਰਤੀ ਪਹਿਲਾਂ ਕਿਉਂ ਉਪਜ ਰਹੀ ਆ, ਪਿੱਛੋਂ ਕਿਉਂ ਉਪਜ ਰਹੀ ਆ, ਇਹਦੇ ਬਾਰੇ ਵੀ ਜਿਹੜਾ ਇੱਕ ਸਾਹਿਤ ਦਾ ਇਤਿਹਾਸਕਾਰ ਆ ਉਹ ਇਹਨਾਂ ਚੀਜ਼ਾਂ ਦੀ ਖੋਜ ਕਰਦਾ। ਜੇ ਪੇਪਰ ਦੇ ਵਿੱਚ ਤੁਹਾਨੂੰ ਇਹ ਨੁਕਤੇ ਪੁੱਛੇ ਜਾਣ ਤਾਂ ਤੁਸੀਂ ਇਹ 6 ਨੁਕਤੇ ਯਾਦ ਕਰਨੇ ਆ। ਇਹਨਾਂ ਦੇ ਇਹਦਾ ਕਾਰਜ ਖੇਤਰ ਆ, ਇਹਨਾਂ 6 ਆਧਾਰਾਂ ਦੇ ਨੂੰ ਮੁੱਖ ਰੱਖ ਕੇ ਸਾਹਿਤ ਦੀ ਇਤਿਹਾਸਕਾਰੀ ਕੀਤੀ ਜਾਂਦੀ ਆ। ਅੱਗੇ ਵਧਦੇ ਹਾਂ। ਜਦੋਂ ਅਸੀਂ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀ ਗੱਲ ਕਰਦੇ ਹਾਂ ਤਾਂ ਸ਼ੁਰੂ ਦੇ ਵਿੱਚ ਸਾਨੂੰ ਵਿਦਵਾਨਾਂ ਦੇ 2 ਧੜੇ ਦੇਖਣ ਨੂੰ ਮਿਲਦੇ ਨੇ। ਪਹਿਲੇ ਧੜੇ ਦੇ ਵਿੱਚ ਅਸੀਂ ਇਹਨਾਂ ਵਿਦਵਾਨਾਂ ਨੂੰ ਰੱਖਦੇ ਹਾਂ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਡਾਕਟਰ ਮੋਹਨ ਸਿੰਘ ਦੀਵਾਨਾ ਆਉਂਦੇ ਨੇ, ਫਿਰ ਪ੍ਰੋਫੈਸਰ ਪਰਮਿੰਦਰ ਸਿੰਘ, ਜੀਤ ਸਿੰਘ ਸ਼ੀਤਲ ਤੇ ਸੁਰਿੰਦਰ ਸਿੰਘ ਕੋਹਲੀ। ਇਹ ਵਿਦਵਾਨਾਂ ਦਾ ਇਹ ਮੰਨਣਾ ਕਿ ਪੰਜਾਬੀ ਸਾਹਿਤ ਦੀ ਸ਼ੁਰੂਆਤ ਹੁੰਦੀ ਆ ਨਾਥ ਜੋਗੀ ਕਾਵਿਧਾਰਾ ਤੋਂ। ਪੰਜਾਬੀ ਸਾਹਿਤ ਦੇ ਵਿੱਚ ਪਹਿਲੀ ਜਿਹੜੀ ਸਾਹਿਤ ਧਾਰਾ ਜਾਂ ਕਾਵਿਧਾਰਾ ਉਤਪੰਨ ਹੁੰਦੀ ਆ ਉਹ ਨਾਥ ਜੋਗੀ ਕਾਵਿਧਾਰਾ ਉਤਪੰਨ ਹੁੰਦੀ ਆ। ਤੇ ਇਹਦਾ ਜਿਹੜਾ ਸਮਾਂ ਬਣਦਾ ਨਾਥ ਜੋਗੀ ਕਾਵਿਧਾਰਾ ਦਾ, ਇਹ ਬਣਦਾ 8ਵੀਂ 9ਵੀਂ ਸਦੀ। 8ਵੀਂ 9ਵੀਂ ਸਦੀ ਦੇ ਵਿੱਚ ਇਹਨਾਂ ਦਾ ਮੰਨਣਾ ਹੈ ਕਿ ਇਹ ਤਾਂ ਕਾਵਿਧਾਰਾ ਜਿਹੜੀ ਹੈ ਪੈਦਾ ਹੁੰਦੀ ਹੈ ਜਿੱਥੋਂ ਪੰਜਾਬੀ ਸਾਹਿਤ ਦੀ ਸ਼ੁਰੂਆਤ ਹੁੰਦੀ ਹੈ। ਪਰ ਦੂਜਾ ਧੜਾ ਸੰਤ ਸਿੰਘ ਸੇਖੋਂ ਜੀ ਦਾ ਵਾ। ਸੰਤ ਸਿੰਘ ਸੇਖੋਂ ਦਾ ਇਹ ਮੰਨਣਾ ਕਿ ਆਦਿ ਕਾਲ ਦੀ ਸ਼ੁਰੂਆਤ, ਜਿਹਨੂੰ ਅਸੀਂ ਪੂਰਬ ਮੱਧ ਕਾਲ ਵੀ ਕਹਿੰਦੇ ਆ, ਜਿਹਨੂੰ ਅਸੀਂ ਪੂਰਬ ਨਾਨਕ ਕਾਲ ਵੀ ਕਹਿੰਦੇ ਆ, ਇਹਦੀ ਸ਼ੁਰੂਆਤ ਬਾਬਾ ਸ਼ੇਖ ਫਰੀਦ ਜੀ ਤੋਂ ਹੋਈ ਹੈ। ਸੰਤ ਸਿੰਘ ਸੇਖੋਂ ਜੀ ਦਾ ਇਹ ਮੰਨਣਾ ਹੈ ਕਿ ਬਾਬਾ ਸ਼ੇਖ ਫਰੀਦ ਜੀ ਪੰਜਾਬੀ ਦੇ ਪਹਿਲੇ ਸਾਹਿਤਕਾਰ ਹੋਏ ਨੇ। ਇਸੇ ਕਰਕੇ ਕਈ ਥਾਵਾਂ ਦੇ ਉੱਤੇ ਸਾਨੂੰ ਲਿਖਿਆ ਮਿਲਦਾ ਕਿ ਪੰਜਾਬੀ ਦਾ ਪ੍ਰਥਮ ਸਾਹਿਤਕਾਰ ਜਿਹੜਾ ਵਾ ਉਹ ਬਾਬਾ ਸ਼ੇਖ ਫਰੀਦ ਜੀ ਨੇ, ਕਿਉਂਕਿ ਸੰਤ ਸਿੰਘ ਸੇਖੋਂ ਦਾ ਇਹ ਮਤ ਸੀ ਕਿ ਜਿਹੜੀ ਨਾਥ ਜੋਗੀ ਕਾਵਿਧਾਰਾ ਇਹ ਪੂਰੀ ਪੰਜਾਬੀ ਰੂਪ ਦੇ ਵਿੱਚ ਨਹੀਂ ਆ। ਇਹਦੇ ਵਿੱਚ ਰਾਜਸਥਾਨੀ ਦੇ ਸ਼ਬਦ ਵੀ ਨੇ, ਇਹਦੇ ਵਿੱਚ ਅਰਬੀ ਫਾਰਸੀ ਦੇ ਸ਼ਬਦ ਵੀ ਨੇ, ਤੇ ਇਹਦੇ ਵਿੱਚ ਹਿੰਦੀ ਦੇ ਸ਼ਬਦ ਵੀ ਨੇ। ਇੱਥੋਂ ਤੱਕ ਕਿ ਸੰਤ ਸਿੰਘ ਸੇਖੋਂ ਨੇ ਤਾਂ ਇਹ ਵੀ ਕਿਹਾ ਕਿ ਸਾਨੂੰ ਨਾਥ ਜੋਗੀ ਕਾਵਿਧਾਰਾ ਜਿਹੜੀ ਆ ਸਾਡੇ ਹਿੰਦੀ ਭਾਈਆਂ ਨੂੰ ਦੇ ਦੇਣੀ ਚਾਹੀਦੀ ਆ। ਪਰ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਨੇ ਨਾਥ ਜੋਗੀ ਕਾਵਿਧਾਰਾ ਦੀ ਖੋਜ ਵੀ ਕੀਤੀ। ਪੇਪਰ ਦੇ ਵਿੱਚ ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਨਾਥ ਜੋਗੀ ਕਾਵਿਧਾਰਾ ਦਾ ਖੋਜੀ ਵਿਦਵਾਨ ਕੌਣ ਸੀ, ਉਹ ਕੌਣ ਸੀ ਜਿਹਨੇ ਨਾਥ ਜੋਗੀ ਕਾਵਿਧਾਰਾ ਦੀ ਖੋਜ ਕੀਤੀ, ਨਾਥ ਜੋਗੀ ਕਾਵਿਧਾਰਾ ਨੂੰ ਲੱਭਿਆ, ਤਾਂ ਉਹ ਹੈਗਾ ਡਾਕਟਰ ਮੋਹਨ ਸਿੰਘ ਦੀਵਾਨਾ। ਡਾਕਟਰ ਮੋਹਨ ਸਿੰਘ ਦੀਵਾਨਾ ਨੇ ਸਿੱਧ ਕੀਤਾ ਕਿ ਪੰਜਾਬੀ ਦੀ ਪਹਿਲੀ ਜਿਹੜੀ ਕਾਵਿਧਾਰਾ ਬਣਦੀ ਆ, ਪਹਿਲਾ ਸਾਹਿਤ ਰੂਪ ਬਣਦਾ, ਉਹ ਨਾਥ ਜੋਗੀ ਕਾਵਿਧਾਰਾ ਹੀ ਬਣਦੀ ਆ। ਇਹਦੇ ਤੇ ਬਹੁਤੇ ਵਿਦਵਾਨਾਂ ਨੇ ਸਹਿਮਤੀ ਦਿੱਤੀ। ਇਸੇ ਲਈ ਅਸੀਂ ਸ਼ੁਰੂ ਤੋਂ ਲੈ ਕੇ ਜਿਹੜਾ ਮੰਨਦੇ ਆਏ ਆ ਉਹ ਨਾਥ ਜੋਗੀ ਕਾਵਿਧਾਰਾ ਨੂੰ ਹੀ ਮੰਨਦੇ ਆਏ ਆ ਪੰਜਾਬੀ ਸਾਹਿਤ ਦਾ, ਕਿਉਂਕਿ ਭਾਵੇਂ ਆਪਰੰਸ਼ ਪ੍ਰਧਾਨ ਸੀ, ਸਾਧ ਭਾਸ਼ਾ ਦੇ ਵਿੱਚ ਲਿਖੀ ਗਈ ਸੀ ਇਹ ਧਾਰਾ, ਪਰ ਫਿਰ ਵੀ ਇਹ ਪੰਜਾਬੀ ਦੀ ਹੀ ਧਾਰਾ ਵਾ, ਕਾਵਿਧਾਰਾ ਵਾ, ਜਿਹਦੇ ਤੋਂ ਇਹ ਸਿੱਧ ਹੋ ਚੁੱਕਿਆ।
ਸੋ ਇਹ ਦੋ ਧੜਿਆਂ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛਣ ਕਿ ਬਾਬਾ ਸ਼ੇਖ ਫਰੀਦ ਜੀ ਤੋਂ ਆਦਿ ਕਾਲ ਦੀ ਸ਼ੁਰੂਆਤ ਕੌਣ ਮੰਨਦਾ, ਤਾਂ ਤੁਸੀਂ ਸੰਤ ਸਿੰਘ ਸੇਖੋਂ ਤੇ ਟਿਕ ਕਰੋਗੇ। ਤੇ ਜੇ ਨਾਥ ਜੋਗੀ ਕਾਵਿਧਾਰਾ ਬਾਰੇ ਪੁੱਛਿਆ ਜਾਵੇ ਤਾਂ ਤੁਸੀਂ ਡਾਕਟਰ ਮੋਹਨ ਸਿੰਘ ਦੀਵਾਨਾ ਤੇ ਟਿਕ ਕਰੋਗੇ। ਤੇ ਇਹਨਾਂ ਦੇ ਨਾਲ ਪ੍ਰੋਫੈਸਰ ਪਰਮਿੰਦਰ ਸਿੰਘ, ਜੀਤ ਸਿੰਘ ਸ਼ੀਤਲ ਤੇ ਸੁਰਿੰਦਰ ਸਿੰਘ ਕੋਹਲੀ ਵੀ ਆਪਣੀ ਸਹਿਮਤੀ ਪ੍ਰਗਟਾਉਂਦੇ ਆ। ਤਾਂ ਇਹ ਦੋ ਮਤਭੇਦ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ, ਦੋ ਧੜੇ ਸਾਨੂੰ ਵੇਖਣ ਨੂੰ ਮਿਲਦੇ ਆ, ਯਾਦ ਰੱਖਣਾ ਤੁਸੀਂ। ਉਸ ਤੋਂ ਬਾਅਦ ਆਪਾਂ ਡਿਫਾਈਨ ਕਰਦੇ ਹਾਂ ਕਿ ਪ੍ਰਵਿਰਤੀ ਕੀ ਹੁੰਦੀ ਹੈ। ਅਸੀਂ ਪ੍ਰਵਿਰਤੀ ਕਿਹਨੂੰ ਕਹਿੰਦੇ ਆ। ਇਤਿਹਾਸਕਾਰੀ ਦੇ ਵਿੱਚ ਪ੍ਰਵਿਰਤੀਆਂ ਦੇ ਅਨੁਸਾਰ ਜਿਹੜੀ ਹੈ ਵਰਗ ਵੰਡ ਕੀਤੀ ਜਾਂਦੀ ਹੈ। ਤੇ ਪ੍ਰਵਿਰਤੀ ਹੈ ਕੀ? ਸਾਹਿਤ ਵਿੱਚ ਪ੍ਰਵਿਰਤੀ ਤੋਂ ਭਾਵ ਕਿਸੇ ਖਾਸ ਸਮੇਂ ਵਿੱਚ ਲੇਖਕਾਂ ਦੀ ਮਾਨਸਿਕਤਾ ਦਾ ਕਿਸੇ ਖਾਸ ਦਿਸ਼ਾ ਵੱਲ ਕੇਂਦਰਿਤ ਹੋਣਾ ਹੈ। ਹੁਣ ਮੈਂ ਇਸ ਗੱਲ ਨੂੰ ਸਮਝਾਉਣ ਦੇ ਲਈ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ। ਜਿਵੇਂ ਅਸੀਂ ਕਹਿੰਦੇ ਆ ਕਿ ਪਾਸ਼ੂਨੀ ਜਿਹੜੇ ਆ ਉਹ ਜੁਝਾਰਵਾਦੀ ਕਾਵਿ ਪ੍ਰਵਿਰਤੀ ਦੇ ਅਧੀਨ ਲਿਖਣ ਵਾਲੇ ਲੇਖਕ ਸੀਗੇ। ਪਾਸ਼, ਲਾਲ ਸਿੰਘ ਦਿਲ, ਦਰਸ਼ਨ ਖਟਗੜ, ਓਮ ਪ੍ਰਕਾਸ਼ ਗਾਸੋਂ, ਇਹਨਾਂ ਸਾਰਿਆਂ ਨੇ ਜੁਝਾਰਵਾਦੀ ਕਾਵਿ ਪ੍ਰਵਿਰਤੀ ਅਧੀਨ ਲਿਖਿਆ। ਤਾਂ ਜੁਝਾਰਵਾਦੀ ਕਾਵਿ ਪ੍ਰਵਿਰਤੀ ਕੀ ਸੀ? ਇਹ ਨਕਸਲਵਾੜੀ ਲਹਿਰ ਤੋਂ ਪ੍ਰਭਾਵਿਤ ਕਾਵਿ ਪ੍ਰਵਿਰਤੀ ਸੀ, ਜਿਹਦੇ ਵਿੱਚ ਕਿ ਇਹ ਮੰਨਿਆ ਜਾਂਦਾ ਸੀਗਾ ਕਿ ਜੇ ਅਸੀਂ ਇਨਕਲਾਬ ਪ੍ਰਾਪਤ ਕਰਨਾ ਵਾ ਤਾਂ ਉਹ ਬੰਦੂਕ ਦੀ ਨਾਲੀ ਚੋਂ ਹੀ ਨਿਕਲੂਗਾ। ਤਾਂ ਇਸ ਲਈ ਸਾਨੂੰ ਹਿੰਸਕ ਕਾਰਵਾਈਆਂ ਵੀ ਕਰਨੀਆਂ ਪੈਣਗੀਆਂ। ਇਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਾਸ਼ ਜਦੋਂ ਕਵਿਤਾ ਲਿਖਦਾ ਵਾ ਤਾਂ ਉਹਦੀ ਇਹਨਾਂ ਗੱਲਾਂ ਪ੍ਰਤੀ ਪ੍ਰਤੀਬੱਧਤਾ ਵੀ ਸਾਨੂੰ ਦਿਖਾਈ ਦਿੰਦੀ ਹੈ। ਤਾਂ ਉਹਦੀ ਮਾਨਸਿਕਤਾ ਜਿਹੜੀ ਆ, ਮਾਨਸਿਕਤਾ ਦੇ ਅੰਦਰ ਜਿਹੜੀ ਪ੍ਰਵਿਰਤੀ ਆ ਉਹ ਪੂਰਨ ਰੂਪ ਦੇ ਵਿੱਚ ਪਈ ਹੁੰਦੀ ਆ, ਜਿਹਦੇ ਕਰਕੇ ਅਸੀਂ ਉਹਨੂੰ ਜੁਝਾਰਵਾਦੀ ਕਵੀ ਕਹਿੰਦੇ ਆ। ਇਸੇ ਤਰ੍ਹਾਂ ਪ੍ਰਗਤੀਵਾਦੀ ਕਾਵਿਧਾਰਾ ਵਾਲੇ ਜਿੰਨੇ ਵੀ ਲੇਖਕ ਨੇ ਉਹ ਪ੍ਰਗਤੀਵਾਦੀ ਸੋਚਦੇ ਨੇ, ਅਗਾਂਹ ਵਧੂ ਵਿਚਾਰਾਂ ਦੇ ਹੁੰਦੇ ਨੇ। ਰੋਮਾਂਸਵਾਦੀਆਂ ਦੀ ਗੱਲ ਕਰੀਏ ਤਾਂ ਉਸ ਹਰ ਚੀਜ਼ ਨੂੰ ਕਲਪਨਾ ਦੇ ਆਧਾਰ ਦੇ ਉੱਤੇ ਦੇਖਦੇ ਨੇ। ਤਾਂ ਇਹ ਹੈ ਕੀ ਆ? ਲੇਖਕ ਦੀ ਮਾਨਸਿਕਤਾ ਦਾ ਕਿਸੇ ਖਾਸ ਦਿਸ਼ਾ ਵੱਲ ਕੇਂਦਰਿਤ ਹੋਣਾ ਹੀ ਪ੍ਰਵਿਰਤੀ ਕਹਾਉਂਦਾ ਵਾ। ਜਿਸ ਤਰ੍ਹਾਂ ਦੀ ਮਾਨਸਿਕਤਾ ਲੇਖਕ ਦੀ ਹੋਵੇਗੀ, ਜਿਸ ਤਰ੍ਹਾਂ ਦਾ ਉਹ ਸੋਚ ਰਿਹਾ ਹੋਵੇਗਾ, ਉਸੇ ਤਰ੍ਹਾਂ ਦੀ ਪ੍ਰਵਿਰਤੀ ਦੇ ਅਧੀਨ ਹੀ ਉਹ ਆਪਣੀ ਰਚਨਾ ਜਿਹੜੀ ਆ ਉਹ ਰਚਦਾ ਵਾ। ਅੱਗੇ ਹੈ ਜੀ ਕਾਲ ਵੰਡ। ਇਤਿਹਾਸਕਾਰੀ ਚ ਕਾਲ ਵੰਡ ਵਾਲਾ ਸਵਾਲ ਵੀ ਅਕਸਰ ਆਉਂਦਾ ਕਿ ਕਾਲ ਵੰਡ ਤੋਂ ਕੀ ਭਾਵ ਆ, ਕਾਲ ਵੰਡ ਕੀ ਹੁੰਦੀ ਹੈ? ਕਿਸੇ ਸਾਹਿਤ ਦੇ ਇਤਿਹਾਸ ਨੂੰ ਕਿਸੇ ਤਰਤੀਬ ਵਿੱਚ ਪੇਸ਼ ਕਰਨ ਦੇ ਢੰਗ ਨੂੰ ਕਾਲ ਵੰਡ ਕਿਹਾ ਜਾਂਦਾ। ਤਾਂ ਜਦੋਂ ਅਸੀਂ ਕਿਸੇ ਸਾਹਿਤ ਦੇ ਇਤਿਹਾਸ ਦੀ ਤਰਤੀਬ ਪੇਸ਼ ਕਰਦੇ ਆ, ਉਸ ਤਰਤੀਬ ਨੂੰ ਪੇਸ਼ ਕਰਨ ਦਾ ਢੰਗ ਕਾਲ ਵੰਡ ਦਿਖਾਉਂਦਾ। ਹੁਣ ਇੱਥੇ ਕੰਟਰਾਡਿਕਸ਼ਨ ਆ ਕਾਲ ਵੰਡ ਤੇ ਕਾਲ ਖੰਡ ਦੇ ਵਿੱਚ। ਇਹ ਤਾਂ ਮੈਂ ਕਾਲ ਵੰਡ ਦੱਸਿਆ, ਹੁਣ ਕਾਲ ਖੰਡ ਕੀ ਆ? ਕਾਲ ਖੰਡ ਮੈਂ ਤੁਹਾਨੂੰ ਸਿੱਧਾ ਜੇ ਦੱਸਾਂ ਤਾਂ ਕੋਈ ਵੀ ਜਿਹੜਾ ਸਾਹਿਤ ਆ ਉਹਦੇ ਵਿੱਚ ਕਿਸੇ ਰਾਜਨੀਤਿਕ ਕਾਰਨ ਕਰਕੇ, ਸਮਾਜਿਕ ਕਾਰਨ ਕਰਕੇ ਜਾਂ ਫਿਰ ਸੱਭਿਆਚਾਰਕ ਕਾਰਨ ਕਰਕੇ ਜਦੋਂ ਕੋਈ ਤਬਦੀਲੀ ਵਾਪਰਦੀ ਆ, ਉਹ ਤਬਦੀਲੀ ਜਿਹੜੀ ਸਾਹਿਤ ਦੇ ਸਮੁੱਚੇ ਰੂਪ ਨੂੰ ਬਦਲਣ ਦੇ ਸਮਰੱਥ ਹੁੰਦੀ ਆ, ਤਾਂ ਅਸੀਂ ਉਹਨੂੰ ਇੱਕ ਕਾਲ ਮਿੱਥ ਲੈਂਦੇ ਆ। ਜਿਵੇਂ ਇੱਥੇ ਵੀ ਮੈਂ ਲਿਖਿਆ ਹੋਇਆ ਕਿ ਜਦੋਂ ਸਮੁੱਚੇ ਸਾਹਿਤ ਦੇ ਸਰੂਪ ਨੂੰ ਬਦਲਣ ਦੇ ਸਮਰੱਥ ਹੋਵੇ ਤਾਂ ਅਸੀਂ ਉਹਨੂੰ ਇੱਕ ਵਿਸ਼ੇਸ਼ ਕਾਲ ਮਿੱਥ ਲੈਂਦੇ ਆ। ਇਸ ਤਰ੍ਹਾਂ ਸਾਹਿਤ ਦੇ ਇਤਿਹਾਸ ਵਿੱਚ ਜਿੰਨੇ ਵੀ ਪੜਾਅ ਆਉਂਦੇ ਨੇ, ਜਿੰਨੇ ਵੀ ਮੋੜ ਆਉਂਦੇ ਨੇ, ਉਹਨਾਂ ਸਾਰੇ ਮੋੜਾਂ ਨੂੰ ਅਸੀਂ ਕਾਲ ਖੰਡ ਕਹਿੰਦੇ ਆ। ਹੁਣ ਮੈਂ ਇਹਦੀ ਜੇ ਉਦਾਹਰਣ ਦੇਣੀ ਹੋਵੇ, ਜਦੋਂ ਅਸੀਂ ਮੱਧਕਾਲ ਪੜ੍ਹਦੇ ਆ ਤਾਂ ਅਸੀਂ ਦੇਖਦੇ ਆ ਕਿ ਸਾਰੇ ਦਾ ਸਾਰਾ ਮੱਧਕਾਲ ਬ੍ਰਹਮ ਕੇਂਦਰਿਤ ਆ, ਪ੍ਰਮਾਤਮਾ ਕੇਂਦਰਿਤ ਆ। ਉਹਦੇ ਵਿੱਚ ਸਾਰੇ ਦੇ ਸਾਰੇ ਮੱਧਕਾਲ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਆ ਉਹ ਆਤਮਾ ਤੇ ਪਰਮਾਤਮਾ ਦੀ ਕੀਤੀ ਗਈ ਆ। ਪਰ ਜਦੋਂ ਹੀ ਅਸੀਂ ਆਧੁਨਿਕ ਕਾਲ ਦੇ ਵਿੱਚ ਨਵ ਰਹੱਸਵਾਦ ਨੂੰ ਪੜ੍ਹਦੇ ਆ ਤਾਂ ਉੱਥੇ ਰੱਬ ਸਵਾਲਾਂ ਦੇ ਘੇਰੇ 'ਚ ਆ। ਇਹਦਾ ਕਾਰਨ ਕੀ ਆ? ਕਿਉਂਕਿ ਜਦੋਂ ਅਸੀਂ ਮੱਧਕਾਲ ਦੇ ਦੌਰ ਦੇ ਵਿੱਚ ਹੁੰਨੇ ਆ, ਉਦੋਂ ਹਜੇ ਸਾਇੰਸ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ, ਉਦੋਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਸਾਡੇ ਕੋਲੇ ਨਹੀਂ ਸੀ। ਪਰ ਜਿਉਂ-ਜਿਉਂ ਸਮਾਂ ਬਦਲਦਾ ਵਾ, ਸੱਭਿਆਚਾਰਕ ਪੱਧਰ ਦੇ ਉੱਤੇ ਵੀ, ਰਾਜਨੀਤਿਕ ਪੱਧਰ ਦੇ ਉੱਤੇ ਵੀ, ਸਮਾਜਿਕ ਪੱਧਰ ਦੇ ਉੱਤੇ ਵੀ ਵੱਡੇ ਬਦਲਾਅ ਵਾਪਰਦੇ ਨੇ। ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰਦੀ ਆ, ਮਸ਼ੀਨੀਕਰਨ ਦਾ ਯੁੱਗ ਪੈਦਾ ਹੁੰਦਾ। ਉਹ ਯੁੱਗ ਦੇ ਪੈਦਾ ਹੋਣ ਦੇ ਨਾਲ ਕੀ ਹੁੰਦਾ ਕਿ ਰੱਬ ਜਿਹੜਾ ਵਾ, ਅਸੀਂ ਰੱਬ ਕੇਂਦਰਿਤ ਨਾ ਹੋ ਕੇ ਰੱਬ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਨਾ ਸ਼ੁਰੂ ਕਰਦੇ ਆ। ਫਿਰ ਰੱਬ ਦੀ ਹੋਂਦ ਤੇ ਵੀ ਜਿਹੜਾ ਵਾ ਉਹ ਕਾਂਟਾ ਵੱਜਣਾ ਸ਼ੁਰੂ ਹੁੰਦਾ, ਰੱਬ ਦੀ ਹੋਂਦ ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ। ਜਦੋਂ ਮੋਹਨ ਸਿੰਘ ਕਹਿੰਦਾ ਕਿ ਮੈਨੂੰ ਤਾਂ ਜੇ ਰੱਬ ਵੀ ਆਖੇ ਆ ਮੇਰੇ ਚੌੜੇਪਣ ਵਿੱਚ ਰਲ ਜਾ, ਕਦੇ ਨਾ ਰਲਾਂ ਵੱਖ ਹੀ ਖਲਾਂ। ਇਸੇ ਤਰ੍ਹਾਂ ਹੀ ਜਦੋਂ ਮਾਨਵੀਕਰਨ ਦੇ ਉੱਤੇ ਸਵਾਲ ਚੱਕਦਾ ਹੋਇਆ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ, ਮੈਂ ਆਦਮੀ ਬਣ ਬਣ ਥੱਕਿਆ। ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਸਮਾਜਿਕ, ਸੱਭਿਆਚਾਰਕ ਤੇ ਰਾਜਨੀਤਿਕ ਪੱਧਰ ਦੇ ਉੱਤੇ
ਆਏ ਬਦਲਾਵਾਂ ਦਾ ਸਿੱਟਾ ਵਾ, ਇਹਨੂੰ ਹੀ ਅਸੀਂ ਕਾਲਖੰਡ ਕਹਿੰਦੇ ਆ। ਜਦੋਂ ਕੋਈ ਇਹੋ ਜਿਹਾ ਪਰਿਵਰਤਨ ਵਾਪਰਦਾ ਜਿਹੜੀ ਸਮੁੱਚੀ ਸਾਹਿਤ ਧਾਰਾ ਨੂੰ ਬਦਲ ਦਿੰਦਾ, ਜਿਵੇਂ ਮੱਧ ਕਾਲ ਤੇ ਆਧੁਨਿਕ ਕਾਲ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ, ਉਹਨੂੰ ਅਸੀਂ ਕਹਿੰਦੇ ਆ ਕਾਲਖੰਡ। ਇਸੇ ਕਰਕੇ ਅਸੀਂ ਸਾਹਿਤ ਦੇ 3 ਕਾਲਖੰਡ ਬਣਾਉਂਦੇ ਆ, ਆਦਿਕਾਲ, ਮੱਧਕਾਲ ਤੇ ਆਧੁਨਿਕ ਕਾਲ। ਜ਼ਿਆਦਾਤਰ ਸਾਹਿਤ ਇਤਿਹਾਸਕਾਰਾਂ ਨੇ 3 ਕਾਲਖੰਡ ਬਣਾਏ ਨੇ। ਇਤਿਹਾਸਕਾਰੀ ਦਾ ਮੰਤਵ, ਇਤਿਹਾਸਕਾਰੀ ਕੀਤੀ ਕਿਉਂ ਜਾਂਦੀ ਹੈ? ਤਾਂ ਇਤਿਹਾਸਕਾਰੀ ਦੇ 2 ਆਧਾਰ ਮੰਨੇ ਜਾਂਦੇ ਨੇ। ਨੰਬਰ 1, ਨਵੀਂ ਪੀੜ੍ਹੀ ਨੂੰ ਉਸਦੇ ਸਾਹਿਤਿਕ ਵਿਰਸੇ ਤੋਂ ਜਾਣੂ ਕਰਾਉਣਾ, ਤਾਂ ਕਿ ਨਵੀਂ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਪਹਿਲਾਂ ਲਿਟਰੇਚਰ ਦੇ ਵਿੱਚ ਕੀ ਕੁਝ ਲਿਖਿਆ ਗਿਆ, ਸਾਡੇ ਕੋਲ ਸਾਹਿਤਿਕ ਰੂਪ 'ਚ ਕੀ ਕੁਝ ਸਾਂਭਿਆ ਪਿਆ। ਇਸ ਗੱਲ ਤੋਂ ਜਾਣੂ ਕਰਾਉਣ ਲਈ ਇਤਿਹਾਸਕਾਰੀ ਕੀਤੀ ਜਾਂਦੀ ਆ। ਨੰਬਰ 2, ਇਹ ਸਪਸ਼ਟ ਕਰਨਾ ਕਿ ਇੱਕ ਕਾਲ ਦਾ ਸਾਹਿਤ ਦੂਸਰੇ ਕਾਲ ਦੇ ਸਾਹਿਤ ਤੋਂ ਕਿਵੇਂ ਭਿੰਨ ਹੈ। ਇਸ ਗੱਲ ਨੂੰ ਵੀ ਕਲੀਅਰ ਕਰਨ ਦੇ ਲਈ ਸਾਹਿਤ ਦੀ ਇਤਿਹਾਸਕਾਰੀ ਕੀਤੀ ਜਾਂਦੀ ਹੈ। ਜੇ ਪੇਪਰ ਦੇ ਵਿੱਚ ਤੁਹਾਨੂੰ ਇਹ ਸਵਾਲ ਆ ਜਾਏ ਤਾਂ ਇਹ 2 ਪੁਆਇੰਟ ਜੇ ਤੁਹਾਨੂੰ ਦਿੱਤੇ ਹੋਣ ਪੇਪਰ ਦੇ ਵਿੱਚ ਤਾਂ ਤੁਸੀਂ ਇਹਨਾਂ ਉੱਤੇ ਟਿਕ ਕਰੋਗੇ। ਅਗਲਾ ਸਾਡਾ ਜਿਹੜਾ ਹੈ ਸਾਹਿਤ ਦੀ ਇਤਿਹਾਸਕਾਰੀ ਵਿੱਚ ਕਾਲ ਵੰਡ ਦੇ ਆਧਾਰ। ਸਾਹਿਤ ਦੀ ਇਤਿਹਾਸਕਾਰੀ ਦੇ ਬਹੁਤ ਸਾਰੇ ਆਧਾਰ ਵਿਦਵਾਨਾਂ ਨੇ ਮਿੱਥੇ ਨੇ, ਬਹੁਤ ਸਾਰੇ ਵਿਦਵਾਨ ਬਹੁਤ ਅਲੱਗ-ਅਲੱਗ ਆਧਾਰ ਜਿਹੜੇ ਆ ਉਹ ਦੱਸਦੇ ਨੇ। ਤਾਂ ਸਾਹਿਤ ਦੀ ਇਤਿਹਾਸਕਾਰੀ ਦੇ ਸਾਨੂੰ ਹੁਣ ਤੱਕ 9 ਆਧਾਰ ਮਿਲਦੇ ਨੇ, ਜਿਨ੍ਹਾਂ ਦੇ ਵਿੱਚੋਂ ਪਹਿਲਾ ਹੈ ਧਾਰਮਿਕ ਜਾਂ ਸੰਪਰਦਾਇਕ ਆਧਾਰ। ਇਹ ਜਿਹੜਾ 2 ਵਿਦਵਾਨਾਂ ਨੇ ਅਪਣਾਇਆ, ਇੱਕ ਹੈਗੇ ਨੇ ਬਨਾਰਸੀ ਦਾਸ ਜੈਨ ਤੇ ਦੂਜੇ ਨੇ ਅਬਦੁਲ ਮਜੀਦ ਭੱਟੀ। ਇਹਨਾਂ ਦਾ ਇਹ ਮੰਨਣਾ ਸੀਗਾ ਕਿ ਧਰਮ ਨੂੰ ਜਾਂ ਸੰਪਰਦਾਇ ਨੂੰ ਆਧਾਰ ਬਣਾ ਕੇ ਅਸੀਂ ਸਾਹਿਤ ਦੀ ਵੰਡ ਕਰ ਸਕਦੇ ਹਾਂ, ਜਿਵੇਂ ਸਿੱਖ ਸਾਹਿਤ, ਇਸਲਾਮੀ ਸਾਹਿਤ, ਹਿੰਦੂ ਸਾਹਿਤ। ਪਰ ਇਹ ਜਿਹੜਾ ਕੋਈ ਬਹੁਤੀ ਅਥੈਂਟਿਕ ਨਹੀਂ ਮੰਨਿਆ ਗਿਆ। ਇਸ ਆਧਾਰ ਦੇ ਉੱਤੇ ਜਿਹੜੀ ਵਰਗ ਵੰਡ ਆ ਉਹਨੂੰ ਅਸੀਂ ਚੰਗਾ ਨਹੀਂ ਮੰਨ ਸਕਦੇ। ਦੂਸਰੇ ਨੰਬਰ ਤੇ ਹੈ ਲੇਖਕ ਜਾਂ ਸਾਹਿਤਕਾਰ ਦੇ ਨਾਮ ਦਾ ਆਧਾਰ। ਲੇਖਕਾਂ ਦਾ ਇਹ ਮੰਨਣਾ ਸੀਗਾ ਕਿ ਸਾਨੂੰ ਲੇਖਕ ਜਾਂ ਸਾਹਿਤਕਾਰ ਦੇ ਆਧਾਰ ਦੇ ਉੱਤੇ ਜਿਹੜੀ ਆ ਵਰਗ ਵੰਡ ਕਰ ਲੈਣੀ ਚਾਹੀਦੀ ਹੈ। ਪਰ ਕਿਉਂਕਿ ਇਹ ਵਰਗ ਵੰਡ ਇੰਨੀ ਜ਼ਿਆਦਾ ਆਥੈਂਟਿਕ ਨਹੀਂ ਹੈ, ਇੱਕੋ ਸਮੇਂ ਦੇ ਵਿੱਚ ਇੱਕੋ ਟਾਈਮ ਦੇ ਵਿੱਚ ਕਈ ਸਾਰੇ ਸਾਹਿਤਕਾਰ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਕਾਰਜ ਖੇਤਰ ਉਨਾ ਹੀ ਵਿਸ਼ਾਲ ਹੁੰਦਾ, ਉਹਨਾਂ ਦੀ ਸਾਹਿਤਕ ਮਹੱਤਤਾ ਉਨੀ ਹੀ ਵਧੀਆ ਹੁੰਦੀ ਹੈ ਜਿੰਨੀ ਕਿ ਦੂਜੇ ਦੀ ਹੁੰਦੀ ਹੈ। ਜਿਵੇਂ ਅਸੀਂ ਬੁੱਲੇ ਸ਼ਾਹ ਤੇ ਵਾਰਿਸ ਦੇ ਵਿੱਚੋਂ ਅਸੀਂ ਕਿਸ ਨੂੰ ਚੁਣਾਂਗੇ, ਤਾਂ ਇਹ ਜਿਹੜੀ ਚੀਜ਼ ਆ ਇਹਨੂੰ ਵੀ ਅਸੀਂ ਕੋਈ ਚੰਗਾ ਆਧਾਰ ਨਹੀਂ ਮੰਨਦੇ। ਤੀਸਰਾ ਹੈ ਕਿਸੇ ਰਾਜਨੀਤਿਕ ਆਗੂ ਜਾਂ ਰਾਜ ਘਰਾਣੇ ਦਾ ਆਧਾਰ। ਸਾਹਿਤਕਾਰਾਂ ਦਾ ਇਹ ਮੰਨਣਾ ਸੀਗਾ ਕਿ ਕਿਸੇ ਰਾਜਨੀਤਿਕ ਆਗੂ ਜਾਂ ਰਾਜ ਘਰਾਣੇ ਨੂੰ ਆਧਾਰ ਬਣਾ ਕੇ ਅਸੀਂ ਜਿਹੜਾ ਵਰਗ ਵੰਡ ਕਰ ਸਕਦੇ ਹਾਂ, ਜਿਵੇਂ ਮੁਗਲ ਕਾਲ, ਮਹਾਰਾਜਾ ਰਣਜੀਤ ਸਿੰਘ ਕਾਲ। ਪਰ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਿਸੇ ਵੀ ਰਾਜਨੀਤਿਕ ਆਗੂ ਨੇ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਯੋਗਦਾਨ ਨਹੀਂ ਪਾਇਆ। ਮੁਗਲਾਂ ਨੇ ਤਾਂ ਸਗੋਂ ਬਹੁਤ ਸਾਰਾ ਜਿਹੜਾ ਸਾਡਾ ਸਾਹਿਤ ਆ ਉਹਨੂੰ ਨਸ਼ਟ ਕਰ ਦਿੱਤਾ ਸੀ। ਸੋ ਇਹ ਆਧਾਰ ਵੀ ਜਿਹੜਾ ਜ਼ਿਆਦਾ ਵਧੀਆ ਨਹੀਂ ਮੰਨਿਆ ਗਿਆ। ਉਸ ਤੋਂ ਬਾਅਦ ਹੈ ਸਾਹਿਤ ਦੀ ਉਪਲਬਧ ਮਾਤਰਾ ਦਾ ਆਧਾਰ। ਕੁਝ ਸਾਹਿਤਕਾਰਾਂ ਨੇ ਸਾਹਿਤ ਦੀ ਉਪਲਬਧ ਮਾਤਰਾ ਦੇ ਆਧਾਰ ਦੇ ਉੱਤੇ ਸਾਹਿਤ ਦੀ ਕਾਲ ਵੰਡ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਸਾਹਿਤ ਜ਼ਿਆਦਾ ਲਿਖਿਆ ਗਿਆ ਉਸ ਸਾਹਿਤ ਨੂੰ ਹੀ ਮੁੱਖ ਜਿਹੜਾ ਮੰਨ ਲਿਆ ਜਾਵੇ। ਪਰ ਕਿਉਂਕਿ ਅਸੀਂ ਜਾਣਦੇ ਹਾਂ ਕਿ ਕੁਆਂਟੀਟੀ ਨਾਲੋਂ ਸਾਨੂੰ ਕੁਆਲਿਟੀ ਜ਼ਿਆਦਾ ਚਾਹੀਦੀ ਹੁੰਦੀ ਹੈ, ਇਸ ਕਰਕੇ ਅਸੀਂ ਇਸ ਆਧਾਰ ਨੂੰ ਵੀ ਕੋਈ ਜ਼ਿਆਦਾ ਵਧੀਆ ਆਧਾਰ ਨਹੀਂ ਮੰਨਦੇ। ਉਸ ਤੋਂ ਬਾਅਦ ਸਾਹਿਤਿਕ ਪ੍ਰਵਿਰਤੀ ਦਾ ਆਧਾਰ। ਤਾਂ ਕੁਝ ਲੇਖਕਾਂ ਦਾ ਇਹ ਮੰਨਣਾ ਸੀਗਾ ਕਿ ਸਾਹਿਤਿਕ ਪ੍ਰਵਿਰਤੀ ਨੂੰ ਆਧਾਰ ਬਣਾ ਕੇ ਸਾਹਿਤ ਦੀ ਕਾਲ ਵੰਡ ਕੀਤੀ ਜਾ ਸਕਦੀ ਹੈ, ਪਰ ਇਹ ਆਧਾਰ ਵੀ ਕੋਈ ਬਹੁਤਾ ਅਥੈਂਟਿਕ ਨਹੀਂ ਮੰਨਿਆ ਗਿਆ। ਉਸ ਤੋਂ ਬਾਅਦ ਹੈ ਸਾਹਿਤਿਕ ਧਾਰਾ ਦਾ ਆਧਾਰ। ਤਾਂ ਕੁਝ ਵਿਦਵਾਨਾਂ ਦਾ ਇਹ ਮੰਨਣਾ ਸੀਗਾ ਕਿ ਸਾਨੂੰ ਸਾਹਿਤਿਕ ਧਾਰਾ ਨੂੰ ਆਧਾਰ ਬਣਾ ਕੇ ਲਿਖਣਾ ਚਾਹੀਦਾ ਵਾ, ਪਰ ਇਸ ਨੂੰ ਵੀ ਅਸੀਂ ਪੂਰੀ ਤਰ੍ਹਾਂ ਸਹੀ ਜਿਹੜਾ ਉਹ ਨਹੀਂ ਮੰਨਦੇ। ਉਸ ਤੋਂ ਬਾਅਦ ਹੈ ਸਾਹਿਤਿਕ ਰੂਪ ਦਾ ਆਧਾਰ। ਦਿੱਲੀ ਸਾਹਿਤ ਅਕਾਦਮੀ ਦੇ ਜਿਹੜੇ ਸਾਹਿਤ ਦੇ ਇਤਿਹਾਸ ਮਿਲਦੇ ਨੇ ਉਹ ਸਾਨੂੰ ਸਾਹਿਤਿਕ ਰੂਪਾਂ ਦੇ ਆਧਾਰ ਦੇ ਉੱਤੇ ਹੀ ਮਿਲਦੇ ਨੇ, ਜਿਵੇਂ ਨਾਵਲ, ਨਾਟਕ, ਕਹਾਣੀ। ਇਹਦੇ ਸਾਨੂੰ ਵੱਖਰੇ ਵੱਖਰੇ ਜਿਹੜੇ ਆ ਵੱਖਰੀਆਂ ਕਿਤਾਬਾਂ ਜਿਹੜੀਆਂ ਮਿਲਦੀਆਂ ਨੇ। ਤਾਂ ਇਹ ਆਧਾਰ ਵੀ ਜਿਹੜਾ ਵਾ ਲੇਖਕਾਂ ਦੁਆਰਾ ਅਪਣਾਇਆ ਗਿਆ, ਇਤਿਹਾਸਕਾਰਾਂ ਦੁਆਰਾ ਅਪਣਾਇਆ ਗਿਆ, ਪਰ ਇਹਨੂੰ ਵੀ ਅਸੀਂ ਪੂਰੀ ਤਰ੍ਹਾਂ ਜਿਹੜਾ ਨਹੀਂ ਕਹਿ ਸਕਦੇ ਕਿ ਇਹ ਆਧਾਰ ਬਿਲਕੁਲ ਸਹੀ ਆ। ਉਸ ਤੋਂ ਬਾਅਦ ਹੈ ਸਦੀ ਨੂੰ ਆਧਾਰ ਬਣਾਉਣਾ। ਫਿਰ ਇਤਿਹਾਸਕਾਰਾਂ ਨੇ ਸੁਜੈਸ਼ਨ ਦਿੱਤੀ ਕਿ ਸਾਨੂੰ ਸਦੀ ਨੂੰ ਆਧਾਰ ਬਣਾ ਕੇ ਲਿਖਣਾ ਚਾਹੀਦਾ, ਪਰ ਇਹਦੇ ਵਿੱਚ ਸਮੱਸਿਆ ਇਹ ਆਈ ਕਿ ਜਿਹੜੇ ਮੁਸਲਮਾਨ ਰਾਈਟਰ ਸੀ ਉਹਨਾਂ ਨੇ ਹਿਜਰੀ ਕੈਲੰਡਰ ਨੂੰ ਅਪਣਾਇਆ, ਜਾਂ ਕਹਿ ਲਓ ਕਿ ਪਾਕਿਸਤਾਨੀ ਇਤਿਹਾਸਕਾਰਾਂ ਨੇ ਹਿਜਰੀ ਕੈਲੰਡਰ ਨੂੰ ਅਪਣਾਇਆ, ਤੇ ਇਸੇ ਤਰ੍ਹਾਂ ਹੀ ਸਿੱਖ ਇਤਿਹਾਸਕਾਰਾਂ ਨੇ ਬਿਕਰਮੀ ਸੰਮਤ ਨੂੰ ਅਪਣਾਇਆ, ਤੇ ਬਾਕੀ ਜਿਹੜੇ ਦੂਸਰਾ ਸਾਡਾ ਕੈਲੰਡਰ ਹੈ ਈਸਵੀ ਵਾਲਾ ਕੈਲੰਡਰ, ਕਈਆਂ ਨੇ ਈਸਵੀ ਦੇ ਆਧਾਰ ਤੇ ਕਾਲ ਵੰਡ ਕੀਤੀ, ਕਈਆਂ ਨੇ ਹਿਜਰੀ ਦੇ ਆਧਾਰ ਦੇ ਉੱਤੇ ਕਾਲ ਵੰਡ ਕੀਤੀ, ਤੇ ਕਈ ਜਿਹੜੇ ਇਤਿਹਾਸਕਾਰ ਆ ਉਹਨਾਂ ਨੇ ਬਿਕਰਮੀ ਸੰਮਤ ਦੇ ਆਧਾਰ ਤੇ ਕਾਲ ਵੰਡ ਕੀਤੀ, ਜਿਹਦੇ ਕਰਕੇ ਬਹੁਤ ਜ਼ਿਆਦਾ ਰੋਲ ਘਚੋਲਾ ਪੈ ਗਿਆ। ਇਸ ਕਰਕੇ ਸਦੀ ਨੂੰ ਆਧਾਰ ਬਣਾਉਣਾ ਵੀ ਜਿਹੜਾ ਵਾ ਇੰਨਾ ਵਧੀਆ ਕਾਰਗਰ ਸਾਬਿਤ ਨਹੀਂ ਹੋਇਆ। ਉਸ ਤੋਂ ਬਾਅਦ ਹੈ ਤ੍ਰੈ ਕਾਲੀ ਵੰਡ ਦਾ ਆਧਾਰ।
ਤ੍ਰੈਕਾਲੀ ਵੰਡ ਦਾ ਆਧਾਰ ਸਾਨੂੰ ਸਭ ਤੋਂ ਪਹਿਲਾਂ ਬਾਬਾ ਬੁੱਧ ਸਿੰਘ ਦਿੰਦੇ ਆ। ਜੇ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤ੍ਰੈਕਾਲੀ ਵੰਡ ਦਾ ਆਧਾਰ ਕਿਸਨੇ ਅਪਣਾਇਆ ਸਭ ਤੋਂ ਪਹਿਲਾਂ, ਤਾਂ ਤੁਸੀਂ ਲਿਖ ਕੇ ਆਓਗੇ ਕਿ ਬਾਬਾ ਬੁੱਧ ਸਿੰਘ ਨੇ ਅਪਣਾਇਆ। ਇਹਦੇ ਅਨੁਸਾਰ ਸਾਰੇ ਦਾ ਸਾਰਾ ਜਿਹੜਾ ਸਾਹਿਤ ਹੈ ਸਾਡਾ, ਉਹਨੂੰ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਲੈਂਦੇ ਹਾਂ, ਜਿਵੇਂ ਆਦਿਕਾਲ, ਮੱਧਕਾਲ ਤੇ ਆਧੁਨਿਕ ਕਾਲ। ਤਾਂ ਇਹ ਵੀ ਜਿਹੜਾ ਵਾ ਵੈਸੇ ਤਾਂ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਸ ਕਾਲ ਵੰਡ ਨੂੰ ਅਪਣਾਇਆ ਵਾ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਪੂਰਨ ਤੌਰ ਦੇ ਉੱਤੇ ਠੀਕ ਆ। ਹੁਣ ਤੁਸੀਂ ਸੋਚੋਗੇ ਕਿ ਕੋਈ ਵੀ ਜਿਹੜੀ ਸਾਹਿਤਕ ਧਾਰਾ ਵਾ ਜਾਂ ਕੋਈ ਵੀ ਆਧਾਰ ਜਿਹੜਾ ਉਹਨੂੰ ਮੈਂ ਪੂਰਨ ਤੌਰ ਤੇ ਠੀਕ ਨਹੀਂ ਕਿਹਾ, ਤਾਂ ਫਿਰ ਠੀਕ ਹੈ ਕੀ ਆ? ਵਿਦਵਾਨ ਜਿਹੜੇ ਹੁੰਦੇ ਨੇ ਉਹ ਕਦੇ ਵੀ ਇੱਕ ਚੀਜ਼ ਦੇ ਉੱਤੇ ਸਹਿਮਤ ਨਹੀਂ ਹੁੰਦੇ। ਵੈਸੇ ਵਿਦਵਾਨ ਦੀ ਡੈਫੀਨੇਸ਼ਨ ਹੀ ਇਹ ਆ ਕਿ ਉਹ ਕਦੇ ਸਹਿਮਤ ਹੀ ਨਹੀਂ ਹੁੰਦੇ ਕਿਸੇ ਗੱਲ ਦੇ ਉੱਤੇ। ਵਿਦਵਾਨ ਹੋਣ ਦਾ ਮਤਲਬ ਹੀ ਅਸਹਿਮਤ ਹੋਣਾ ਹੁੰਦਾ। ਸੋ ਵਿਦਵਾਨਾਂ ਨੇ ਫਿਰ ਸੋਚ ਵਿਚਾਰ ਕਰਕੇ ਇੱਕ ਵਿਧੀ ਅਪਣਾਈ ਜਿਹਨੂੰ ਅਸੀਂ ਸਮਨਵੈ ਮੁਖੀ ਵਿਧੀ ਕਹਿੰਦੇ ਆ। ਇਹਦਾ ਮਤਲਬ ਆ ਕਿ ਸਾਨੂੰ ਕਿਸੇ ਇੱਕ ਧਾਰਾ ਜਾਂ ਕਿਸੇ ਇੱਕ ਵਿਧੀ ਨੂੰ ਅਪਣਾਉਣ ਦੀ ਬਜਾਏ ਅਲੱਗ-ਅਲੱਗ ਪਹੁੰਚ ਵਿਧੀਆਂ ਤੇ ਕਈ ਤਰ੍ਹਾਂ ਦੀਆਂ ਜਿਹੜੇ ਆਧਾਰ ਆ ਉਹਨਾਂ ਨੂੰ ਅਪਣਾ ਲੈਣਾ ਚਾਹੀਦਾ। ਇਸ ਆਧਾਰ ਦੇ ਉੱਤੇ ਅਸੀਂ 2 ਤਰ੍ਹਾਂ ਦੀਆਂ ਵਿਧੀਆਂ ਅਪਣਾਉਂਦੇ ਆ। ਇੱਕ ਤਾਂ ਹੈ ਕਾਲਖੰਡੀ ਵਿਧੀ, ਕਿ ਅਸੀਂ ਉਹਨੂੰ ਕਾਲਖੰਡ ਦੇ ਮੁਤਾਬਿਕ ਜਿਹੜਾ ਵਰਤ ਲੈਂਦੇ ਆ, ਕਾਲਖੰਡ ਦੇ ਵਿੱਚ ਵਰਤ ਲੈਂਦੇ ਆ। ਦੂਜਾ ਹੈ ਸਹਿ ਧਰਮੀ ਵਿਧੀ। ਸਹਿ ਧਰਮੀ ਵਿਧੀ ਜਿਹੜੀ ਹੈ ਉਹ ਹੈ ਕਿ ਜਿਹਦੇ ਵਿੱਚ ਬਹੁਤ ਸਾਰੀਆਂ, ਜਿਵੇਂ ਪ੍ਰਵਿਰਤੀ ਦੇ ਆਧਾਰ ਤੇ ਵੰਡ ਹੋ ਗਈ, ਰੂਪ ਦੇ ਆਧਾਰ ਤੇ ਵੰਡ ਹੋ ਗਈ, ਇਸ ਤਰ੍ਹਾਂ ਦੀਆਂ ਜਿਹੜੀਆਂ 3-4 ਸਾਡੇ ਕੋਲੇ ਆਧਾਰ ਸੀ, ਉਹਨਾਂ 3-4 ਆਧਾਰਾਂ ਨੂੰ ਜਦੋਂ ਅਸੀਂ ਵੰਡ ਲੈਂਦੇ ਆ ਉਹਨੂੰ ਅਸੀਂ ਸਹਿ ਧਰਮੀ ਵਿਧੀ ਕਹਿੰਦੇ ਆ। ਸੋ ਪਹਿਲਾਂ ਤਾਂ ਕਾਲਖੰਡ ਦੇ ਅਨੁਸਾਰ ਸਾਨੂੰ ਵੰਡ ਕਰ ਲੈਣੀ ਚਾਹੀਦੀ ਹੈ, ਜਿਵੇਂ ਆਦਿਕਾਲ, ਮੱਧਕਾਲ ਤੇ ਆਧੁਨਿਕ ਕਾਲ। ਉਸ ਤੋਂ ਬਾਅਦ ਉਹਦੇ ਵਿੱਚ ਅੱਗੋਂ ਸਾਨੂੰ ਕਈ ਸਾਰੀਆਂ ਵੰਡਾਂ ਕਰ ਲੈਣੀਆਂ ਚਾਹੀਦੀਆਂ, ਜਿਵੇਂ ਇਹ ਨਾਵਲ ਬਾਰੇ ਆ, ਇਹ ਸੂਫੀ ਕਾਵ ਬਾਰੇ ਆ, ਕਿੱਸਾ ਕਾਵ ਬਾਰੇ ਆ। ਇਸ ਤਰ੍ਹਾਂ ਜਿਹੜੀਆਂ ਪ੍ਰਵਿਰਤੀ ਦੇ ਆਧਾਰ ਦੇ ਉੱਤੇ, ਰੂਪ ਦੇ ਆਧਾਰ ਦੇ ਉੱਤੇ, ਧਾਰਾ ਦੇ ਆਧਾਰ ਦੇ ਉੱਤੇ ਅਸੀਂ ਅੰਦਰੂਨੀ ਤੌਰ ਤੇ ਹੋਰ ਵੰਡ ਜਿਹੜੀ ਉਹ ਕਰ ਸਕਦੇ ਹਾਂ। ਸੋ ਇਹਨੂੰ ਅਸੀਂ ਸਮਨਵੈ ਪਹੁੰਚ ਵਿਧੀ ਕਹਿੰਦੇ ਆ, ਜਿਹਦੇ ਵਿੱਚ ਕੋਈ ਇੱਕ ਆਧਾਰ ਅਪਣਾਉਣ ਦੀ ਬਜਾਏ ਅਸੀਂ ਸਾਰੇ ਹੀ ਆਧਾਰਾਂ ਨੂੰ ਰਲਵੇਂ ਮਿਲਵੇਂ ਰੂਪ ਦੇ ਵਿੱਚ ਅਪਣਾਉਂਦੇ ਹਾਂ। ਅੱਗੇ ਵਧਦੇ ਹਾਂ। ਹੁਣ ਅਸੀਂ ਜਿਹੜੀ ਇਹ ਕਾਲ ਵੰਡ ਕੀਤੀ ਹੈ, ਇਹ ਪ੍ਰਸ਼ਨ ਪੇਪਰ ਦੇ ਵਿੱਚ ਹਮੇਸ਼ਾ ਹੀ ਪੁੱਛਿਆ ਜਾਂਦਾ ਵਾ। ਕਾਲ ਵੰਡ ਵਾਲਾ ਸਵਾਲ ਹਰ ਵਾਰੀ ਆਉਂਦਾ ਹੀ ਆਉਂਦਾ ਪੇਪਰ 'ਚ, ਤਾਂ ਤੁਸੀਂ ਇਹਨੂੰ ਧਿਆਨ ਨਾਲ ਸਮਝਣਾ। ਆਦਿਕਾਲ, ਮੱਧਕਾਲ ਜਾਂ ਪੂਰਵ ਨਾਨਕ ਕਾਲ ਜਿਹਨੂੰ ਅਸੀਂ ਕਹਿੰਦੇ ਆ, ਇਹਦਾ ਜਿਹੜਾ ਸਮਾਂ ਸੀਮਾ ਹੈ ਉਹ ਹੈ 850 ਈਸਵੀ ਤੋਂ ਲੈ ਕੇ 1300 ਈਸਵੀ। 850 ਈਸਵੀ ਤੋਂ ਲੈ ਕੇ 1300 ਈਸਵੀ ਦੇ ਸਮੇਂ ਦੇ ਵਿੱਚ ਜਿੰਨਾ ਵੀ ਸਾਹਿਤ ਰਚਿਆ ਗਿਆ ਉਹਨੂੰ ਅਸੀਂ ਆਦਿਕਾਲ ਵੀ ਕਹਿੰਦੇ ਆ, ਉਹਨੂੰ ਅਸੀਂ ਪੂਰਬ ਮੱਧਕਾਲ ਵੀ ਕਹਿੰਦੇ ਆ, ਇੱਥੇ ਮੈਂ ਪੂਰਬ ਪਾਉਣਾ ਭੁੱਲ ਗਈ ਆ, ਤੇ ਉਹਨੂੰ ਅਸੀਂ ਪੂਰਬ ਨਾਨਕ ਕਾਲ ਵੀ ਕਹਿੰਦੇ ਆ, ਮਤਲਬ ਕਿ ਉਸ ਤੋਂ ਪਹਿਲਾਂ ਵਾਲਾ, ਮੱਧਕਾਲ ਤੋਂ ਪਹਿਲਾਂ ਦਾ, ਨਾਨਕ ਕਾਲ ਤੋਂ ਪਹਿਲਾਂ ਦਾ ਸਾਹਿਤ, ਹਨਾ। ਤਾਂ ਇਹਦਾ ਜਿਹੜਾ ਸਮਾਂ ਸੀਮਾ ਹੈ ਉਹ ਹੈ 850 ਤੋਂ ਲੈ ਕੇ 1300 ਈਸਵੀ। ਇਸ ਸਮੇਂ ਦੇ ਦੌਰਾਨ ਜਿਹੜੀ ਸਾਹਿਤ ਧਾਰਾ ਦੇ ਵਿੱਚ ਜਿਹੜਾ ਸਾਹਿਤ ਰੂਪ ਰਚਿਆ ਗਿਆ ਉਹਦਾ ਵੇਰਵਾ ਇਸ ਤਰ੍ਹਾਂ ਹੈ। ਨਾਚ ਜੋਗੀ ਕਾਵਿ ਧਾਰਾ, ਇਸ ਦੌਰ ਦੇ ਵਿੱਚ ਨਾਚ ਜੋਗੀ ਕਾਵਿ ਧਾਰਾ ਰਚੀ ਗਈ, ਲੋਕ ਕਾਵਿ ਧਾਰਾ ਰਚੀ ਗਈ, ਵਾਰ ਕਾਵਿ ਧਾਰਾ ਰਚੀ ਗਈ। ਇੱਥੇ ਮੈਂ ਵੀਰ ਕਾਵਿ ਧਾਰਾ ਨਹੀਂ ਲਿਖਿਆ, ਇੱਥੇ ਮੈਂ ਵਾਰ ਕਾਵਿ ਧਾਰਾ ਲਿਖਿਆ। ਇਹਦਾ ਕਾਰਨ ਇਹ ਆ ਕਿ ਵੀਰ ਕਾਵਿ ਧਾਰਾ ਦੇ ਅੰਤਰਗਤ ਅਸੀਂ 3 ਸਾਹਿਤ ਦੇ ਰੂਪਾਂ ਨੂੰ ਵਿਚਾਰਦੇ ਹਾਂ। ਪਹਿਲਾ ਹੈ ਵਾਰਾਂ, ਦੂਸਰਾ ਹੈ ਜੰਗਨਾਮੇ ਤੇ ਤੀਸਰਾ ਹੈ ਗੁਰਬਿਲਾਸ। ਕਿਉਂਕਿ ਇਸ ਸਮੇਂ ਦੇ ਦੌਰਾਨ ਨਾ ਤਾਂ ਸਾਨੂੰ ਕੋਈ ਗੁਰਬਿਲਾਸ ਮਿਲਦਾ, ਨਾ ਹੀ ਸਾਨੂੰ ਕੋਈ ਜੰਗਨਾਮਾ ਮਿਲਦਾ, ਇਸ ਕਰਕੇ ਅਸੀਂ ਇਸ ਦੌਰ ਨੂੰ ਵਾਰ ਕਾਵਿ ਧਾਰਾ ਦਾ ਦੌਰ ਕਹਾਂਗੇ, ਨਾ ਕਿ ਵੀਰ ਕਾਵਿ ਧਾਰਾ ਦਾ। ਵੀਰ ਕਾਵਿ ਧਾਰਾ ਚੋਂ 3 ਚੀਜ਼ਾਂ ਆਉਂਦੀਆਂ ਨੇ, ਇਹਦੇ ਵਿੱਚ 3 ਚੀਜ਼ਾਂ ਇਸ ਸਮੇਂ ਦੇ ਦੌਰਾਨ ਨਹੀਂ ਲਿਖੀਆਂ ਗਈਆਂ, ਇਸ ਕਰਕੇ ਇਹ ਵਾਰ ਕਾਵਿ ਧਾਰਾ ਵਾ। ਫਿਰ ਸੂਫੀ ਕਾਵਿ ਧਾਰਾ, ਬਾਬਾ ਫਰੀਦ ਜੀ ਦੇ 112 ਸ਼ਲੋਕ ਇਸ ਦੌਰਾਨ ਲਿਖੇ ਗਏ। ਉਸ ਤੋਂ ਬਾਅਦ ਫੁਟਕਲ ਕਾਵਿ ਧਾਰਾ, ਜਿਹ ਅਸੀਂ ਥੋੜੀਆਂ ਹੋਰ ਰਚਨਾਵਾਂ ਦਾ ਨਾਮ ਲੈਂਦੇ ਆ, ਜਿਨ੍ਹਾਂ ਨੂੰ ਅਸੀਂ ਇਸ ਗਿਣਤੀ ਤੋਂ ਬਾਹਰ ਰੱਖਦੇ ਆ। ਅੱਗੇ ਹੈ ਜ਼ੀਰੋ ਕਾਲਖੰਡ। 1300 ਈਸਵੀ ਤੋਂ ਲੈ ਕੇ, ਬਹੁਤ ਇੰਪੋਰਟੈਂਟ ਗੱਲ ਆ, 1300 ਈਸਵੀ ਤੋਂ ਲੈ ਕੇ 1500 ਈਸਵੀ ਤੱਕ ਦਾ ਜਿਹੜਾ ਸਮਾਂ ਵਾ ਉਹਨੂੰ ਅਸੀਂ ਜ਼ੀਰੋ ਕਾਲ ਪੀਰੀਅਡ ਮਿੱਥਦੇ ਆ। ਇਹਦਾ ਕਾਰਨ ਇਹ ਆ ਕਿ ਇਸ ਸਮੇਂ ਦੇ ਦੌਰਾਨ ਸਾਨੂੰ ਕੋਈ ਵੀ ਸਾਹਿਤਕ ਰਚਨਾ ਜਿਹੜੀ ਆ ਉਹ ਨਹੀਂ ਮਿਲਦੀ। 1-2 ਰਚਨਾਵਾਂ ਦੇ ਬਾਰੇ ਕੁਝ ਜਿਹੜੇ ਸਾਡੇ ਇਤਿਹਾਸਕਾਰ ਨੇ ਉਹ ਸੰਕੇਤ ਕਰਦੇ ਨੇ, ਪਰ ਉਹਨਾਂ ਦਾ ਸਾਨੂੰ ਲਿਖਤੀ ਵੇਰਵਾ ਨਹੀਂ ਮਿਲਦਾ, ਜਿਹਦੇ ਕਰਕੇ ਅਸੀਂ ਇਸ ਸਮੇਂ ਨੂੰ ਜ਼ੀਰੋ ਕਾਲਖੰਡ ਮੰਨਦੇ ਆ। ਇਹਦਾ ਕੋਈ ਵੀ ਕਾਰਨ ਹੋ ਸਕਦਾ ਕਿ ਉਸ ਸਮੇਂ ਦੇ ਜਿਹੜੇ ਹਾਕਮ ਹੋਣ ਉਹਨਾਂ ਨੇ ਉਹ ਸਾਰੇ ਦਾ ਸਾਰਾ ਸਾਹਿਤ ਨਸ਼ਟ ਕਰਤਾ ਹੋਵੇ। ਇਹ ਵੀ ਹੋ ਸਕਦਾ ਕਿ ਉਸ ਸਮੇਂ ਕੋਈ ਸਾਹਿਤ ਲਿਖਿਆ ਹੀ ਨਾ ਗਿਆ ਹੋਵੇ। ਇਸ ਕਰਕੇ ਸਾਨੂੰ 1300 ਤੋਂ 1500 ਈਸਵੀ ਤੱਕ ਦੇ ਦੌਰ ਨੂੰ ਅਸੀਂ ਜ਼ੀਰੋ ਕਾਲਖੰਡ ਕਹਿੰਦੇ ਆ। ਅੱਗੇ ਹੈ ਜੀ ਮੱਧਕਾਲ। ਮੱਧਕਾਲ ਦਾ ਸਮਾਂ ਹੈ 1500 ਈਸਵੀ ਤੋਂ ਲੈ ਕੇ 1700 ਈਸਵੀ ਤੱਕ। ਇਹਦੇ ਵਿੱਚ ਜਿਹੜੀਆਂ ਸਾਹਿਤਕ ਧਾਰਾਵਾਂ ਚੱਲੀਆਂ, ਇਹਨਾਂ ਵਿੱਚ ਸੀ ਗੁਰਮਤਿ ਕਾਵਿ ਧਾਰਾ,
ਕਿੱਸਾ ਕਾਵਿ-ਧਾਰਾ, ਸੂਫੀ ਕਾਵਿ-ਧਾਰਾ, ਵੀਰ ਕਾਵਿ-ਧਾਰਾ, ਪੁਰਾਤਨ ਵਾਰਤਕ ਧਾਰਾ। ਉਸ ਤੋਂ ਬਾਅਦ ਹੈ ਜੀ ਉੱਤਰ ਮੱਧਕਾਲ। ਇਹਦਾ ਸਮਾਂ ਸੀਮਾ ਹੈ 1700 ਈਸਵੀ ਤੋਂ ਲੈ ਕੇ 1850 ਈਸਵੀ। ਇਹਦੇ ਵਿੱਚ ਕਿੱਸਾ ਕਾਵਿ-ਧਾਰਾ, ਸੂਫੀ ਕਾਵਿ-ਧਾਰਾ, ਵੀਰ ਕਾਵਿ-ਧਾਰਾ, ਪੁਰਾਤਨ ਪੰਜਾਬੀ ਵਾਰਤਕ ਲਿਖੀ ਗਈ। ਇਸ ਤੋਂ ਅੱਗੇ ਹੈ ਜੀ ਆਧੁਨਿਕੀਕਰਨ ਕਾਲ। ਇਸ ਦਾ ਸਮਾਂ ਸੀਮਾ ਹੈ 1850 ਈਸਵੀ ਤੋਂ ਲੈ ਕੇ 1900 ਈਸਵੀ ਤੱਕ। ਇਹਦੇ ਵਿੱਚ ਈਸਾਈ ਮਿਸ਼ਨਰੀ ਸਾਹਿਤ ਧਾਰਾ ਜਨਮਦੀ ਹੈ, ਸਿੰਘ ਸਭਾ ਸਾਹਿਤ ਧਾਰਾ ਜਨਮ ਲੈਂਦੀ ਹੈ, ਕਿੱਸਾ ਕਾਵਿ ਧਾਰਾ ਤੇ ਸੂਫੀ ਕਾਵਿ ਧਾਰਾ ਪੁਰਾਣੇ ਹੀ ਜਿਹੜੇ ਆ ਉਹ ਅੱਗੇ ਅੱਗੇ ਚੱਲਦੇ ਨੇ। ਇਸ ਤੋਂ ਬਾਅਦ ਹੈ ਵਿਸ਼ਿਸ਼ਟੀਕਰਨ ਕਾਲ। ਇਹਨੂੰ ਅਸੀਂ 1900 ਈਸਵੀ ਤੋਂ ਲੈ ਕੇ 2006 ਈਸਵੀ ਦਾ ਸਮਾਂ ਜਿਹੜਾ ਉਹ ਮਿਥਦੇ ਆ। ਇਹਦੇ ਵਿੱਚ ਅੱਗੇ ਇਹ ਵਾਲੀਆਂ ਸਾਹਿਤ ਧਾਰਾਵਾਂ ਜਨਮ ਲੈਂਦੀਆਂ ਨੇ, ਜਿਨ੍ਹਾਂ ਵਿੱਚੋਂ ਪਹਿਲੀ ਹੈ ਪਰਿਵਰਤਨਕਾਲੀ ਸਾਹਿਤ ਧਾਰਾ। ਇਹ ਜਨਮਦੀ ਹੈ 1900 ਤੋਂ ਲੈ ਕੇ 1935 ਈਸਵੀ ਤੱਕ। ਉਸ ਤੋਂ ਬਾਅਦ ਹੈ ਜਾਗਰਨਕਾਲੀ ਸਾਹਿਤ ਧਾਰਾ 1936 ਤੋਂ 1947। ਵੰਡਕਾਲੀ ਸਾਹਿਤ ਧਾਰਾ, ਜਦੋਂ ਸਾਡੇ ਦੇਸ਼ ਦੀ ਵੰਡ ਹੁੰਦੀ ਹੈ ਉਹਦੇ ਨਾਲ ਸੰਬੰਧਿਤ ਜਦੋਂ ਸਾਹਿਤ ਲਿਖਿਆ ਜਾਂਦਾ, ਇਹ ਹੈ 1948 ਤੋਂ ਲੈ ਕੇ 1955 ਈਸਵੀ ਤੱਕ। ਉੱਤਰ ਵੰਡਕਾਲੀ ਸਾਹਿਤ ਧਾਰਾ 1956 ਤੋਂ ਲੈ ਕੇ 1965 ਈਸਵੀ। ਪੁਨਰ ਜਾਗਰਨਕਾਲੀ ਸਾਹਿਤ ਧਾਰਾ 1966 ਤੋਂ 1980 ਈਸਵੀ। ਪੰਜਾਬੀ ਤੁਖਾਂਤਕਾਲੀ ਸਾਹਿਤ ਧਾਰਾ 1981 ਤੋਂ ਲੈ ਕੇ 1990-92 ਈਸਵੀ। ਉੱਤਰ ਆਧੁਨਿਕ ਕਾਲੀ ਸਾਹਿਤ ਧਾਰਾ 1990-92 ਤੋਂ ਲੈ ਕੇ 21ਵੀਂ ਸਦੀ। ਇਹ ਸਾਰਾ ਜਿਹੜਾ ਚਾਰਟ ਹੈ ਇਹਨੂੰ ਤੁਸੀਂ ਯਾਦ ਕਰਨਾ ਹੈ ਚੰਗੀ ਤਰ੍ਹਾਂ। ਪੇਪਰ ਦੇ ਵਿੱਚ ਇਹ ਸਵਾਲ ਅਕਸਰ ਪੁੱਛੇ ਜਾਂਦੇ ਨੇ, ਸੋ ਤੁਸੀਂ ਇਹਨੂੰ ਯਾਦ ਕਰ ਲਓ। ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਜਿਹੜਾ ਲੈਕਚਰ ਹੈ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇ ਤੁਸੀਂ ਸਾਨੂੰ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਇਸ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। WhatsApp ਦੇ ਉੱਤੇ ਤੁਸੀਂ ਸਾਨੂੰ ਮੈਸੇਜ ਵੀ ਕਰ ਸਕਦੇ ਹੋ। ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਸੀਂ UGC ਨੈਟ ਦੀ ਕੋਚਿੰਗ ਵੀ ਦੇ ਰਹੇ ਹਾਂ। ਜੇ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਜਿਹਦੇ ਵਿੱਚ ਕਿ ਅਸੀਂ ਹਰ ਰੋਜ਼ 1.5 ਘੰਟੇ ਦੀ ਕਲਾਸ ਲੈਂਦੇ ਹਾਂ, ਇਹਦੇ ਤੋਂ ਇਲਾਵਾ ਅਸੀਂ ਨੋਟਸ ਵੀ ਪ੍ਰੋਵਾਈਡ ਕਰਦੇ ਹਾਂ ਤੇ ਤੁਹਾਡੇ ਜਿਹੜੇ ਟੈਸਟ ਆ ਉਹ ਵੀ ਹਰ ਹਫਤੇ ਲਏ ਜਾਂਦੇ ਨੇ। ਸੋ ਜੇ ਤੁਸੀਂ ਕੋਚਿੰਗ ਲੈਣਾ ਚਾਹੁੰਦੇ ਹੋ ਜੂਨ 2024 ਦਾ ਜੋ ਪੇਪਰ ਹੋਣ ਜਾ ਰਿਹਾ ਉਹਦੇ ਲਈ, ਤਾਂ ਵੀ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਅਸੀਂ ਤੁਹਾਡੇ ਫੋਨ ਦੀ ਉਡੀਕ ਵਿੱਚ ਰਹਾਂਗੇ। ਤਦ ਤੱਕ ਦੇ ਲਈ ਰੱਬ ਰਾਖਾ।